ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਤੁਹਾਡਾ ਨੈਕਸਟ ਟੌਪਿਕ ਕਰ ਰਹੇ ਹਾਂ। ਟੌਪਿਕ ਦਾ ਨੇਮ ਹੈ ਬੈਲੈਂਸਡ ਡਾਈਟ, ਜਾਨੀ ਸੰਤੁਲਿਤ ਖੁਰਾਕ। ਅੱਜ ਆਪਾਂ ਇਸ ਦੀ ਡੈਫੀਨੇਸ਼ਨ ਜਾਨੀ ਇਸ ਦੀ ਪਰਿਭਾਸ਼ਾ, ਇਸ ਦੀ ਮਹੱਤਤਾ ਅਤੇ ਜਿਹੜੇ ਕਾਰਕ ਅੱਗੇ ਜਿਹੜੇ ਜਦੋਂ ਆਪਾਂ ਸੰਤੁਲਿਤ ਭੋਜਨ ਦੀ ਪਲੈਨਿੰਗ ਕਰ ਰਹੇ ਹੁੰਦੇ ਹਾਂ ਤਾਂ ਕਿਹੜੇ ਕਾਰਕ ਹੈ ਉਹ ਧਿਆਨ ਵਿੱਚ ਰੱਖਣ ਯੋਗ ਨੇ, ਅਤੇ ਜਿਹੜੀ ਪੌਸ਼ਟਿਕਤਾ ਦੀ ਲੋੜ ਹੁੰਦੀ ਹੈਗੀ ਵੱਖ ਵੱਖ ਏਜ ਗਰੁੱਪ ਨੂੰ ਉਹ ਕਿਵੇਂ ਹੁੰਦੀ ਹੈ ਜਾਂ ਕਿੰਨੀ ਹੁੰਦੀ ਹੈ। ਸੋ ਪਹਿਲਾਂ ਸਟਾਰਟ ਕਰਦੇ ਆਪਾਂ ਇਹਦੀ ਡੈਫੀਨੇਸ਼ਨ ਜਾਨੀ ਪਰਿਭਾਸ਼ਾ ਤੋਂ। ਕੀ ਹੁੰਦੀ ਹੈ ਸੰਤੁਲਿਤ ਭੋਜਨ, ਕੀ ਹੈ ਸੰਤੁਲਿਤ ਭੋਜਨ? ਉਸ ਨੂੰ ਆਖਦੇ ਹਨ ਜਿਸ ਦੁਆਰਾ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਪੌਸ਼ਟਿਕ ਤੱਤ ਠੀਕ ਮਾਤਰਾ ਅਤੇ ਮਿਕਦਾਰ ਵਿੱਚ ਪ੍ਰਾਪਤ ਹੋਣ। ਕੀ ਕਹਿੰਦੇ ਆ ਸੰਤੁਲਿਤ ਭੋਜਨ ਕੀ ਹੁੰਦਾ? ਜਿਹਦੇ ਵਿੱਚ ਸਾਰੇ ਨਿਊਟਰੀਐਂਟਸ ਪ੍ਰੋਪਰ ਹੋਣ ਔਰ ਠੀਕ ਕੁਆਂਟੀਟੀ 'ਚ ਹੋਣ। ਕੀ ਹੁੰਦੀ ਹੈ ਬੈਲੈਂਸਡ ਡਾਈਟ। ਸੰਤੁਲਿਤ ਭੋਜਨ ਦੀ ਇੰਪੋਰਟੈਂਸ ਕੀ ਹੁੰਦੀ ਹੈਗੀ, ਯਾਨੀ ਮਹੱਤਤਾ ਕੀ ਹੁੰਦੀ ਆ? ਇਹ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈਗਾ। ਇਹ ਸਰੀਰ ਦੇ ਮਤਲਬ ਬੋਡੀ ਹੈ ਜੋ ਇਮਿਊਨ ਸਿਸਟਮ ਹੈਗਾ ਉਹ ਜੇਕਰ ਆਪਣੇ ਕੋਲ ਬੈਲੈਂਸਡ ਡਾਈਟ ਆ ਤਾਂ ਹੀ ਬਰਕਰਾਰ ਰਹਿ ਸਕਦਾ। ਅਗਰ ਤੁਹਾਡਾ ਆਪਣਾ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਤਾਂ ਅਸੀਂ ਕੀ ਹੁੰਦਾ ਬਾਰ ਬਾਰ ਰੋਗ ਗ੍ਰਸਤ ਹੋ ਜਾਂਦੇ ਹਾਂ। ਸੰਤੁਲਿਤ ਭੋਜਨ ਵਿੱਚ ਕੀ ਹੁੰਦਾ ਹੈਗਾ? ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਿਕਨਾਈ ਦਾ ਅਨੁਪਾਤ 4:1:1 ਦਾ ਹੋਣਾ ਚਾਹੀਦਾ ਹੈ ਅਤੇ ਲੋੜੀਂਦੀਆਂ ਤਾਪ ਇਕਾਈਆਂ ਦਾ 50 ਤੋਂ 70% ਕਾਰਬੋਹਾਈਡਰੇਟਸ, 10% ਪ੍ਰੋਟੀਨ ਅਤੇ 15 ਤੋਂ 25% ਚਿਕਨਾਈ ਪ੍ਰਾਪਤ ਹੁੰਦੀ ਹੋਵੇ। ਜੇਕਰ ਕਹਿੰਦੇ ਇਹਦੇ ਮਤਲਬ ਜਿਹੜੇ ਤਾਪ ਇਕਾਈਆਂ ਹੁੰਦੀਆਂ ਹੈਗੀਆਂ ਲੋੜੀਂਦੇ ਕੈਲੋਰੀਜ਼ ਕਿੰਨੇ 50 ਤੋਂ 70% ਕਾਰਬੋਹਾਈਡਰੇਟ, 10% ਪ੍ਰੋਟੀਨ ਐਂਡ 15 ਤੋਂ 25% ਫੈਟ ਓਬਟੇਨ ਕਰ ਸਕਦੇ ਹੋਈਏ ਤਾਂ ਉਸ ਨੂੰ ਬੈਲੈਂਸਡ ਡਾਈਟ ਮੰਨਿਆ ਜਾਂਦਾ ਹੈ। ਸੋ ਇਹ ਤਾਂ ਸੀ ਬੈਲੈਂਸਡ ਡਾਈਟ ਦੀ ਡੈਫੀਨੇਸ਼ਨ ਅਤੇ ਉਸਦੀ ਇੰਪੋਰਟੈਂਸ। ਹੁਣ ਗੱਲ ਕਰਦੇ ਹਾਂ ਜਦੋਂ ਸੰਤੁਲਿਤ ਭੋਜਨ ਦੀ ਯੋਜਨਾ ਸਮੇਂ ਧਿਆਨ ਰੱਖਣ ਯੋਗ ਗੱਲਾਂ ਉਹ ਕਿਹੜੀਆਂ ਹੁੰਦੀਆਂ ਹੈਗੀਆਂ? ਫਸਟ, ਤਾਪ ਇਕਾਈਆਂ। ਫਸਟ ਕੀ ਗੱਲ ਕਰਦੇ? ਤਾਪ ਇਕਾਈਆਂ ਯਾਨੀ ਕੈਲੋਰੀਜ਼ ਵਗੈਰਾ ਹਰ ਵਿਅਕਤੀ ਨੂੰ ਉਮਰ, ਕੱਦ ਅਤੇ ਕੰਮ ਦੀ ਵਿਵਸਥਾ ਦੇ ਅਨੁਸਾਰ ਭੋਜਨ ਦੀ ਲੋੜ ਹੁੰਦੀ ਹੈ। ਭੋਜਨ ਦੀਆਂ ਤਾਪ ਇਕਾਈਆਂ ਸਰੀਰ ਦੀ ਜ਼ਰੂਰਤ ਪੂਰੀਆਂ ਕਰਦੀਆਂ ਹਨ। ਜ਼ਿਆਦਾ ਅਤੇ ਭਾਰਾ ਕੰਮ ਕਰਨ ਵਾਲੇ ਵਿਅਕਤੀ ਨੂੰ ਵੱਧ ਭੋਜਨ ਅਤੇ ਤਾਪ ਇਕਾਈਆਂ ਲੈਣੀਆਂ ਚਾਹੀਦੀਆਂ ਹਨ ਜੋ ਇਸ ਪ੍ਰਕਾਰ ਹਨ। 1 ਗ੍ਰਾਮ ਕਾਰਬੋਹਾਈਡਰੇਟਸ 4 ਕੈਲੋਰੀਜ਼ ਦਿੰਦਾ ਹੈ। 1 ਗ੍ਰਾਮ ਪ੍ਰੋਟੀਨ 4.3 ਕੈਲੋਰੀਜ਼ ਪ੍ਰੋਵਾਈਡ ਕਰਦਾ ਹੈ। 1 ਗ੍ਰਾਮ ਚਿਕਨਾਈ 9.3 ਕੈਲੋਰੀਜ਼ ਪ੍ਰੋਵਾਈਡ ਕਰਦਾ ਹੈ। ਭੋਜਨ ਦੀ ਵਿਉਂਤਬੰਦੀ ਕਰਨ ਸਮੇਂ ਤਾਪ ਇਕਾਈਆਂ ਦੀ ਲੋੜ ਸੰਬੰਧੀ ਰੱਖਣ ਦੀ ਜ਼ਰੂਰਤ ਹੁੰਦੀ ਹੈ। ਸੰਤੁਲਿਤ ਭੋਜਨ 'ਤੇ ਇੱਕ ਸਧਾਰਨ ਪੁਰਸ਼ ਨੂੰ 2200 ਕੈਲੋਰੀਜ਼ ਅਤੇ ਇੱਕ ਲੜਕੇ ਨੂੰ 28 ਤੋਂ 20, ਇੱਕ ਲੜਕੀ ਨੂੰ 2200 ਤਾਪ ਇਕਾਈਆਂ ਅਤੇ ਇੱਕ ਦੁੱਧ ਪਿਲਾਉਂਦੀ ਗਰਭਵਤੀ ਔਰਤਾਂ ਨੂੰ 2500 ਤਾਪ ਇਕਾਈਆਂ ਦੀ ਲੋੜ ਹੁੰਦੀ ਹੈ। ਕੀ ਕਹਿੰਦੇ ਹੈਗੇ? ਜਿਹੜੇ ਸਧਾਰਨ ਪੁਰਸ਼ ਹੁੰਦੇ ਉਹਨਾਂ ਨੂੰ 2200 ਕੈਲੋਰੀਜ਼, ਇੱਕ ਲੜਕੇ ਲਈ 2820 ਕੈਲੋਰੀਜ਼, ਲੜਕੀਆਂ ਲਈ 2200 ਅਤੇ ਦੁੱਧ ਪਿਲਾਉਂਦੀਆਂ ਅਤੇ ਗਰਭਵਤੀ ਔਰਤਾਂ ਨੂੰ 2500 ਕੈਲੋਰੀਜ਼ ਦੀ ਲੋੜ ਹੁੰਦੀ ਹੈ। ਪਹਿਲੀ ਗੱਲ ਕੀਤੀ ਸੀ ਆਪਾਂ ਕੈਲੋਰੀਜ਼ ਯਾਨੀ ਤਾਪ ਇਕਾਈਆਂ ਦੀ। ਹੁਣ ਗੱਲ ਕਰਦੇ ਹਾਂ ਭੋਜਨ ਪਦਾਰਥਾਂ ਦੀ ਚੋਣ ਬਾਰੇ। ਸੰਤੁਲਿਤ ਭੋਜਨ ਲਈ ਵੱਖ ਵੱਖ ਭੋਜਨ ਪਦਾਰਥਾਂ ਦੀ ਚੋਣ ਆਮ ਆਦਮੀ ਦੀ ਪਹੁੰਚ ਨੂੰ ਮੁੱਖ ਰੱਖਦਿਆਂ ਹਰ ਰੋਜ਼ ਨਿਮਨਲਿਖਤ ਭੋਜਨ ਪਦਾਰਥਾਂ ਵਿੱਚ ਕੋਈ ਨਾ ਕੋਈ ਚੀਜ਼ ਖਾਣੀ ਜ਼ਰੂਰ ਚਾਹੀਦੀ ਹੈ। ਫਸਟ, ਅਨਾਜ। ਅਨਾਜ ਵਿੱਚ ਕੀ ਹੁੰਦਾ? ਆਲੂ, ਖੰਡ ਜਾਂ ਗੁੜ ਵਗੈਰਾ। ਸੈਕਿੰਡ, ਦੁੱਧ ਅਤੇ ਦੁੱਧ ਦੇ ਪਦਾਰਥ ਉਹਦੇ ਵਿੱਚ ਹੁੰਦਾ ਮੀਟ, ਮੱਛੀ, ਅੰਡਾ ਵਗੈਰਾ। ਦਾਲਾਂ, ਮੂੰਗਫਲੀ, ਸੁੱਕੇ ਮੇਵੇ, ਤੇਲ, ਮੱਖਣ, ਘਿਓ, ਤਾਜ਼ੇ ਮੌਸਮੀ ਫਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਗੈਰਾ ਜੋ ਆਪਾਂ ਨੂੰ ਸਾਨੂੰ ਆਪਣੀ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਥਰਡ ਗੱਲ ਕਰਦੇ ਹਾਂ ਭੋਜਨ ਪਕਾਉਣ ਸੰਬੰਧੀ।
ਭੋਜਨ ਪਕਾਉਣ ਸਮੇਂ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਤਾਂ ਕਿ ਇਸਦੇ ਜਿਹੜੇ ਪੌਸ਼ਟਿਕ ਤੱਤ ਉਹ ਨਸ਼ਟ ਨਾ ਹੋਣ। ਇਸ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਨੀ ਚਾਹੀਦੀ ਹੈ। ਭੋਜਨ ਪਕਾਉਣ ਵਿੱਚ ਵਰਤਿਆ ਜਾਣ ਵਾਲਾ ਪਾਣੀ ਬੇਕਾਰ ਨਹੀਂ ਸੁੱਟਣਾ ਚਾਹੀਦਾ। ਸਬਜ਼ੀਆਂ ਬਣਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਵਿਟਾਮਿਨ B ਕੰਪਲੈਕਸ ਨਸ਼ਟ ਹੋ ਜਾਂਦਾ ਹੈ। ਦਾਲਾਂ ਅਤੇ ਅਨਾਜ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਭੋਜਨ ਵਿੱਚ ਸੰਤੁਲਿਤ ਖੁਰਾਕ ਬਣੀ ਰਹੇ। ਫੋਰਥ ਗੱਲ ਕਰਦੇ ਹਾਂ ਭੋਜਨ ਬਾਰੇ ਰੀਤੀ ਰਿਵਾਜ ਕੀ ਹੁੰਦੇ ਆ। ਸਾਡੇ ਖਾਣ ਪੀਣ ਬਾਰੇ ਵੱਖੋ ਵੱਖਰੇ ਰੀਤੀ ਰਿਵਾਜ ਹਨ। ਸਮਾਜਿਕ ਅਤੇ ਧਾਰਮਿਕ ਪੱਖੋਂ ਕਈ ਜੀਵ ਜਗਤ ਤੋਂ ਪ੍ਰਾਪਤ ਭੋਜਨ ਪਦਾਰਥ ਨਹੀਂ ਖਾਂਦੇ, ਜਿਸ ਕਰਕੇ ਪੂਰੇ ਪੌਸ਼ਟਿਕ ਤੱਤ ਪ੍ਰਾਪਤ ਨਹੀਂ ਹੁੰਦੇ। ਧਾਰਮਿਕ ਵਹਿਮ ਭਰਮ ਭੋਜਨ ਦੀ ਪੋਸ਼ਣ ਸਥਿਤੀ ਕਾਇਮ ਨਹੀਂ ਰਹਿਣ ਦਿੰਦੇ। ਸੰਤੁਲਿਤ ਭੋਜਨ ਲੈਣ ਲਈ ਅਜਿਹੇ ਵਹਿਮਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਸੋ ਇਹ ਤਾਂ ਸੀ ਜਦੋਂ ਆਪਾਂ ਸੰਤੁਲਿਤ ਭੋਜਨ ਦੀ ਪਲੈਨਿੰਗ ਕਰਦੇ ਹਾਂ ਉਸ ਸਮੇਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣ ਯੋਗ ਹੁੰਦੀਆਂ ਹਨ। ਪਹਿਲੀ ਕਿਹੜੀਆਂ ਹੁੰਦੀਆਂ, ਤਾਪ ਇਕਾਈਆਂ, ਭੋਜਨ ਪਦਾਰਥਾਂ ਦੀ ਚੋਣ, ਭੋਜਨ ਪਕਾਉਣ ਸੰਬੰਧੀ ਧਿਆਨ ਵਿੱਚ ਰੱਖਣ ਯੋਗ ਗੱਲਾਂ, ਭੋਜਨ ਬਾਰੇ ਰੀਤੀ ਰਿਵਾਜ। ਹੁਣ ਗੱਲ ਕਰਦੇ ਹਾਂ ਆਪਾਂ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਆਫ ਸਪੈਸ਼ਲ ਗਰੁੱਪਸ, ਯਾਨੀ ਖਾਸ ਵਰਗ ਦੇ ਲੋਕਾਂ ਲਈ ਭੋਜਨ ਦੀ ਪੌਸ਼ਟਿਕ ਲੋੜਾਂ। ਉਸ ਤੋਂ ਬਾਅਦ ਇਸ ਵਿੱਚ ਕੀ ਹੁੰਦੀਆਂ ਹੈਗੀਆਂ, ਇਸ ਵਿੱਚ ਫਸਟ ਆਫ ਗੱਲ ਕਰਦੇ ਆਪਾਂ ਪ੍ਰੈਗਨੈਂਟ ਵੂਮੈਨਸ ਦੀ। ਇਸ ਵਿੱਚ ਕੀ ਹੁੰਦਾ, ਗਰਭਵਤੀ ਔਰਤ ਨੂੰ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ ਅਤੇ ਉਸ ਨੂੰ ਵੱਧ ਤੋਂ ਵੱਧ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ, ਜਿਸ ਨਾਲ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਵੀ ਪੌਸ਼ਟਿਕ ਲੋੜ ਵੀ ਪੂਰੀ ਹੋ ਸਕੇ। ਇਸ ਲਈ ਉਸ ਨੂੰ ਅਨਾਜ, ਦਾਲਾਂ, ਸਬਜ਼ੀਆਂ ਵਧੇਰੀ ਮਾਤਰਾ ਵਿੱਚ ਲੈਣੀਆਂ ਚਾਹੀਦੀਆਂ ਹਨ। ਦੁੱਧ, ਅੰਡੇ, ਮੀਟ, ਮੱਛੀ ਵਗੈਰਾ ਵੀ ਬਹੁਤ ਜ਼ਰੂਰੀ ਹਨ। ਗਰਭਵਤੀ ਦਾ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਲੋਹਾ ਵੱਧ ਮਾਤਰਾ ਵਿੱਚ ਪ੍ਰਾਪਤ ਹੋ ਸਕਣ। ਗਰਭ ਦੀ ਦੂਜੀ ਅਤੇ ਤੀਜੀ ਤਿਮਾਹੀ ਜਾਂ ਮੰਥ ਵਿੱਚ ਭੋਜਨ ਦੀ ਮਾਤਰਾ ਵੱਧ ਲੈਣੀ ਚਾਹੀਦੀ ਹੈ। ਇਸ ਦੌਰਾਨ ਗਰਭਵਤੀ ਨੂੰ ਆਮ ਨਾਲੋਂ 300 ਕੈਲੋਰੀਜ਼ ਵੱਧ ਲੈਣੀਆਂ ਚਾਹੀਦੀਆਂ ਹਨ। ਗਰਭ ਦੇ ਦੌਰਾਨ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ ਕਿਉਂਕਿ 900 ਗ੍ਰਾਮ ਪ੍ਰੋਟੀਨ ਭਰੂਣ ਅਤੇ ਮਾਂ ਦੇ ਟਿਸ਼ੂਆਂ ਲਈ ਜ਼ਰੂਰੀ ਹੁੰਦਾ ਹੈ। ਜੇਕਰ ਔਰਤ ਅਪੂਰਨ ਖੁਰਾਕ ਲੈਂਦੀ ਹੈ ਤਾਂ ਯਾਨੀ ਕਿ ਉਸ ਜਿਹੜੀ ਬੈਲੈਂਸ ਡਾਈਟ ਆ ਘੱਟ ਲੈਂਦੀ ਹੈ ਜਾਂ ਨਹੀਂ ਲੈਂਦੀ ਤਾਂ ਕੀ ਹੁੰਦਾ, ਜਿਹੜਾ ਉਹਦੇ ਪੇਟ ਵਿੱਚ ਪਲ ਰਿਹਾ ਬੱਚਾ ਹੁੰਦਾ ਗਾ ਉਸਦਾ ਵਾਧਾ ਅਤੇ ਵਿਕਾਸ ਨਹੀਂ ਹੁੰਦਾ। ਸੈਕਿੰਡ ਗੱਲ ਕਰਦੇ ਹਾਂ ਦੁੱਧ ਪਿਲਾਉਂਦੀਆਂ ਮਾਵਾਂ। ਇਹਨਾਂ ਦਾ ਭੋਜਨ ਕਿਵੇਂ ਹੋਣਾ ਚਾਹੀਦਾ ਹੈ। ਮਾਂ ਲਈ ਬੱਚੇ ਨੂੰ ਦੁੱਧ ਪਿਲਾਉਣਾ ਗਰਭ ਨਾਲੋਂ ਵੀ ਔਖਾ ਕੰਮ ਹੈ। ਮਾਂ ਨੇ ਤੇਜ਼ੀ ਨਾਲ ਵੱਧ ਫੁੱਲ ਰਹੇ ਬੱਚੇ ਨੂੰ ਮਤਲਬ ਉਸਦੀ ਭੁੱਖ ਮਿਟਾਉਣੀ ਹੁੰਦੀ ਹੈ, ਉਹਨੂੰ ਰਜਾਉਣਾ ਹੁੰਦਾ ਹੈ। ਇਸ ਲਈ ਉਸ ਨੂੰ ਵਧੇਰੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਇਸ ਲਈ ਉਸ ਨੂੰ 450 ਤੋਂ 850 ਮਿਲੀਲੀਟਰ ਦੁੱਧ ਪਿਲਾਉਣਾ ਹੁੰਦਾ ਹੈ। ਉਸਦੇ ਭੋਜਨ ਵਿੱਚ ਅਨਾਜ, ਦਾਲਾਂ, ਸਬਜ਼ੀਆਂ, ਫਲ, ਹੋ ਸਕੇ ਤਾਂ ਅੰਡਾ, ਮੀਟ, ਮੱਛੀ ਆਦਿ ਵੀ ਸ਼ਾਮਲ ਕਰਨੇ ਚਾਹੀਦੇ ਹਨ। ਦੁੱਧ ਪਿਲਾਉਂਦੀਆਂ ਮਾਵਾਂ ਨੂੰ ਪਹਿਲੇ 6 ਮਹੀਨੇ 550 ਕੈਲੋਰੀਜ਼ ਵੱਧ ਲੈਣੀਆਂ ਚਾਹੀਦੀਆਂ ਹਨ ਅਤੇ ਅਗਲੇ 6 ਮਹੀਨੇ 400 ਕੈਲੋਰੀਜ਼ ਤਕਰੀਬਨ 1 ਗ੍ਰਾਮ ਮਾਂ ਦੇ ਦੁੱਧ ਦੀ ਪ੍ਰੋਟੀਨ ਬਣਦੀ ਹੈ। ਇਸ ਲਈ ਉਸ ਨੂੰ 25 ਗ੍ਰਾਮ ਖੁਰਾਕੀ ਪ੍ਰੋਟੀਨ ਲੈਣੀ ਚਾਹੀਦੀ ਹਨ। ਅਸਲ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਜਿੰਨੇ ਵੀ ਪੌਸ਼ਟਿਕ ਆਹਾਰ ਮਿਲਣ ਛੂਤ ਦਾ ਮੁਕਾਬਲਾ ਕਰਨ ਲਈ ਅਤੇ ਬੱਚੇ ਲਈ ਵਧੇਰੇ ਦੁੱਧ ਪ੍ਰਾਪਤ ਕਰਨ ਲਈ ਸੰਤੁਲਿਤ ਭੋਜਨ ਦੀ ਕਾਫੀ ਲੋੜ ਹੁੰਦੀ ਹੈ। ਸੋ ਇਹ ਤਾਂ ਸੀਗਾ ਦੁੱਧ ਪਿਲਾਉਂਦੀ ਅਤੇ ਪ੍ਰੈਗਨੈਂਟ ਵੂਮੈਨਸ ਲਈ ਭੋਜਨ। ਹੁਣ ਗੱਲ ਕਰਦੇ ਛੋਟੇ ਬੱਚੇ ਦਾ ਭੋਜਨ। ਨਿੱਕੇ ਬੱਚਿਆਂ ਦੇ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਵਾਲੇ ਭੋਜਨ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਸਮਾਂ ਬੱਚੇ ਦੇ ਵਾਧੇ ਅਤੇ ਵਿਕਾਸ ਦਾ ਹੁੰਦਾ ਹੈ। ਬੱਚੇ ਦੇ ਸਰੀਰ ਵਿੱਚ ਨਵੇਂ ਟਿਸ਼ੂਆਂ ਦਾ ਨਿਰਮਾਣ ਠੀਕ ਢੰਗ ਨਾਲ ਹੋਵੇ, ਇਸ ਲਈ ਉਹਨਾਂ ਨੂੰ ਲੋਹੇ ਯਾਨੀ ਆਇਰਨ ਦੀ ਲੋੜ ਹੁੰਦੀ ਹੈ। ਕੈਲਸ਼ੀਅਮ ਅਤੇ ਫਾਸਫੋਰਸ ਬੱਚੇ ਦੀਆਂ ਹੱਡੀਆਂ ਅਤੇ ਇਸ 'ਤੇ ਨਿਰਭਰ ਕਰਦਾ ਹੈ।
ਬੱਚੇ ਦੇ ਭੋਜਨ ਵਿੱਚ ਵਿਟਾਮਿਨ ਦੀ ਮਾਤਰਾ ਵੀ ਵਧੇਰੇ ਜ਼ਰੂਰੀ ਹੈ। ਬੱਚੇ ਲਈ ਮਾਂ ਦਾ ਦੁੱਧ ਇਸ ਮੰਤਵ ਲਈ ਬਹੁਤ ਜ਼ਰੂਰੀ ਹੈ। ਮਾਂ ਦਾ ਦੁੱਧ ਪਹਿਲੇ 4 ਮਹੀਨੇ ਬੱਚੇ ਦੀਆਂ ਸਾਰੀ ਖੁਰਾਕੀ ਪੌਸ਼ਟਿਕ ਭੋਜਨ ਲੋੜਾਂ ਨੂੰ ਪੂਰਾ ਕਰਦਾ ਹੈ। ਮਾਂ ਦਾ ਦੁੱਧ ਹਰ ਕਿਸਮ ਲਈ ਸਭ ਤੋਂ ਵਧੀਆ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਬੱਚੇ ਨੂੰ ਪੇਟ ਅਤੇ ਅੰਤੜੀ ਦੀ ਖਰਾਬੀ ਹੋਣ ਦਾ ਕੋਈ ਖਤਰਾ ਨਹੀਂ ਹੁੰਦਾ। ਮਾਂ ਦਾ ਦੁੱਧ ਛੇਤੀ ਹਾਜ਼ਮ ਹੋ ਜਾਂਦਾ ਹੈ। 4 ਮਹੀਨਿਆਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਓਪਰੀ ਖੁਰਾਕ ਵੀ ਦੇਣੀ ਜ਼ਰੂਰੀ ਹੁੰਦੀ ਹੈ। ਮਾਂ ਬੱਚੇ ਨੂੰ ਸਮਰੱਥਾ ਅਨੁਸਾਰ ਘੱਟੋ ਘੱਟ 1 ਸਾਲ ਦੁੱਧ ਪਿਲਾ ਸਕਦੀ ਹੈ। ਬੇਤਰਤੀਬੀ ਅਤੇ ਘੱਟ ਮਿਕਦਾਰ ਭੋਜਨ ਨਾਲ ਬੱਚੇ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਬੱਚੇ ਨੂੰ ਬੋਟਲ ਵਾਲੇ ਦੁੱਧ ਦੀ ਜਗ੍ਹਾ 'ਤੇ ਮਾਂ ਦਾ ਦੁੱਧ ਹੀ ਦੇਣਾ ਲਾਭਦਾਇਕ ਹੁੰਦਾ ਹੈ। ਇਸ ਤੋਂ ਬਾਅਦ ਮਤਲਬ ਕੀ ਹੁੰਦਾ, ਬੈਲੈਂਸਡ ਡਾਈਟ ਦੇ ਰੂਪ ਵਿੱਚ ਮਿਡ ਡੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਸਕੂਲੀ ਬੱਚਿਆਂ ਨੂੰ ਪੋਸ਼ਣ ਅਤੇ ਵਿਕਾਸ ਦੇ ਲਈ ਸੰਤੁਲਿਤ ਭੋਜਨ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਸਕੂਲ ਵਿੱਚ ਕੁਝ ਬੱਚੇ ਅਜਿਹੇ ਹੁੰਦੇ ਹਨ ਜੋ ਕਿ ਭੋਜਨ ਨਾਲ ਨਹੀਂ ਲੈ ਕੇ ਆਉਂਦੇ। ਅਜਿਹੇ ਬੱਚਿਆਂ ਦੇ ਲਈ ਭੋਜਨ ਦੀ ਵਿਵਸਥਾ ਸਕੂਲ ਵਿੱਚ ਫਰੀ ਦੇ ਤੌਰ 'ਤੇ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਹੁੰਦਾ ਹੈ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜੋ ਉਸੇ ਜਗ੍ਹਾ ਤੋਂ ਆਸਾਨੀ ਨਾਲ ਮਿਲ ਸਕੇ। ਭੋਜਨ ਬਦਲ ਕੇ ਖਾਣਾ ਚਾਹੀਦਾ ਹੈ। ਭੋਜਨ ਵਿੱਚ ਬੱਚੇ ਨੂੰ ਉਸਦੀ ਲੋੜ ਅਨੁਸਾਰ ਰੋਜ਼ ਦੀ ਮਾਤਰਾ ਅਨੁਸਾਰ 1/3 ਭਾਗ ਊਰਜਾ ਅਤੇ 1/2 ਭਾਗ ਪ੍ਰੋਟੀਨ ਮਿਲਣੀ ਚਾਹੀਦੀ ਹੈ। ਬੱਚੇ ਨੂੰ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਸਿੱਖਿਆ 6 ਮਹੀਨਿਆਂ ਬਾਅਦ ਦਿੱਤੀ ਜਾਣੀ ਚਾਹੀਦੀ ਹੈ। ਸੋ ਸਟੂਡੈਂਟਸ, ਇਹ ਸੀ ਤੁਹਾਡਾ ਅੱਜ ਦਾ ਟੋਪਿਕ ਬੈਲੈਂਸਡ ਡਾਈਟ, ਯਾਨੀ ਸੰਤੁਲਿਤ ਖੁਰਾਕ। ਥੈਂਕ ਯੂ।